सत श्री अकाल। न्यूज़ 18 पंजाब हरियाणा हिमाचल वेख रहे सारे दर्शकों का स्वागत। मैं तुहाडे नाल रजिंदर कौर। होर बुलेटिन सब तो पहला गल करांगे किसानां दे अंदोलन दे 36वां दिन। किसानां दा अंदोलन दिल्ली दी सरहदां ते जारी। होर सड़क ते ही नवां साल मनाउणगे किसान। तिन्ने खेती कानूनां ते रेड़का हाले भी बरकरार। कल मीटिंग हुई सरकार दे नाल किसान आगुआं दी, लेकिन कानून ते कोई सहमति नहीं बन सकी। बिजली अते पराली दे मुद्दे ते जरूर सहमति बनी अते बिजली अते पराली दे मुद्दे ते किसानों को भरोसा दिता गया कि प्रस्तावित बिजली सोध बिल नहीं लिया जाएगा। ते पराली दे मुद्दे ते जड़ी गल जिथे रेड़का बरकरार सी कि 1 करोड़ के जुर्माने की तजवीज़ सी, उस ऑर्डीनेंस तो किसानों को बाहर रखा जाएगा। लेकिन हुण अगली बैठक 4 जनवरी को सरकार के नाल होनी है। किसानों के तिन्ने कानून रद्द होने ते ही घर परतांगे, इस विचाले किसानों ने साफ कह दिता। हालांकि खेतीबाड़ी मंत्री ने जरूर अपील की कि महिलावां, बच्चों ते बुजुर्गों को वापस घर भेज दिता जाए। दिल्ली की सर्दी है और ठीक है, किसान आंदोलन जिस तरह शांतिपूर्ण चल रहे उसकी भी शलाघा की गई खेतीबाड़ी मंत्री वालों। लेकिन किसानों ने साफ कह दिता है, बुजुर्ग किसान, महिलावां ते बच्चे भी कह रहे हैं जदों तक खेती कानून रद्द नहीं होंदे घर नहीं परतांगे। अज किसान मोर्चे का दिल्ली में 36वां दिन। केंद्र सरकार ते किसान जथेबंदियों की मीटिंग कुछ हद तक सफल रही है। ये असी इस करके कह रहे हैं कि 2 मंगां जड़ियां ने वो सरकार ने मलनियां ने, लेकिन 4 जनवरी जिहड़ी तरीक है वो रखती गई है। मेन मुद्दा है 3 कानूनां दा। साडे नाल ने भारतीय किसान यूनियन प्रधान कादियां ग्रुप के प्रधान हरमीत सिंह कादियां साडे नाल मौजूद ने। हुणे थोड़ी देर पहला बस तो उतरे ने ते असीं सड़क ते ही जिहड़ा ਸਿੰਘੂ बॉर्डर है उत्थे खड़े ने। हरमीत जी, कुछ तो वापस लेके वापस आयो झोली विच लेके। बिल्कुल बिल्कुल जी, ਅਸੀਂ 4 सूत्री ਇਹਨਾਂ ਨੂੰ ਲਿਖ ਕੇ ਦਿੱਤੇ ਸੀ ਆਪਣੇ ਏਜੰਡੇ। ਜਿਹੜੀ 29 ਤਰੀਕ ਦੀ ਅਸੀਂ ਮੀਟਿੰਗ ਮੰਗੀ ਸੀ, ਇਹਨਾਂ ਨੇ ਇੱਕ ਦਿਨ ਮੀਟਿੰਗ ਅੱਗੇ ਕਰਤੀ ਸੀ 30 ਤਰੀਕ ਦੀ ਤੇ 2 ਵਜੇ ਟਾਈਮ ਰੱਖਿਆ ਸੀ। ਉਹ ਮੀਟਿੰਗ ਅਸੀਂ ਅਟੈਂਡ ਕਰਕੇ ਆ ਰਹੇ ਹਾਂ ਤੇ ਜਿਹੜਾ ਕਾਫੀ ਦੇਰ ਦਾ ਗੈਪ ਪੈ ਗਿਆ ਸੀ ਵਿੱਚ ਗੱਲਬਾਤ ਦਾ, ਜਿਵੇਂ ਸਰਕਾਰ ਵੀ ਕਹਿੰਦੀ ਹੈ ਤੇ ਕਿਸਾਨ ਜਥੇਬੰਦੀ ਵੀ ਕਹਿੰਦੇ ਵੀ ਟੇਬਲ ਟਾਕ ਤੇ ਹੀ ਗੱਲ ਮੁੱਕਦੀ ਹੈ। ਉਹ ਟੇਬਲ ਟਾਕ ਜਦੋਂ ਸ਼ੁਰੂ ਹੋਈ ਆ ਤਾਂ ਪਹਿਲਾ ਸੂਤਰ ਸਾਡਾ ਉਹ 3 ਕਾਨੂੰਨਾਂ ਦਾ ਸੀ, ਦੂਜਾ ਸਾਡਾ ਐਮਐਸਪੀ ਦਾ ਸੀ, ਤੀਜਾ ਸਾਡਾ ਪਰਾਲੀ ਦੇ ਉੱਤੇ ਸੀ, ਚੌਥਾ ਸਾਡਾ ਬਿਜਲੀ ਦਾ ਸੀਗਾ। ਤਾਂ ਉਹਦੇ ਤੇ ਜਿਵੇਂ ਜਿਵੇਂ ਵਿਚਾਰ ਹੋਏ, ਇਹਨਾਂ ਨੇ ਜਿਵੇਂ ਪਹਿਲੀ ਗੱਲ ਵੀ ਜਿਹੜੀ ਅਮੈਂਡਮੈਂਟ ਤੇ ਹੀ ਰਹਿ ਰਿਹਾ ਵੀ 3 ਲਾਅ ਨੇ ਵੀ ਉਹ ਅਮੈਂਡਮੈਂਟ ਕਰਾ ਲਓ ਜਿਹੜੀ ਕਰਾਉਣੀ ਆ। ਜਿਵੇਂ 8 ਇਹਨਾਂ ਨੇ ਮੰਗਾਂ ਸਾਡੀਆਂ ਪਹਿਲੇ ਮੰਨ ਲਈਆਂ ਸੀ, ਜਿਵੇਂ ਆਪਣੇ ਪੇਸ਼ਕਸ਼ ਦਿੱਤੀ ਸੀਗੀ, ਪਰ ਸਾਡੇ ਜਥੇਬੰਦੀਆਂ ਦਾ ਫੈਸਲਾ ਵਾ ਵੀ ਰਿਪੀਲ ਹੀ ਕਰਾਉਣੇ ਆ 3 ਦੇ 3। ਤਾਂ ਵੀ ਉਹ ਗੱਲ ਤੋਂ ਅਸੀਂ ਰੋਕ ਕੇ ਅਸੀਂ ਗੱਲ ਨੂੰ ਨਾ ਡਿਸਟਰਬ ਕਰਦੇ ਹੋਏ ਅਸੀਂ ਕਿਹਾ ਵੀ ਪਹਿਲਾਂ ਇਹ ਰੱਖ ਲਈਏ, ਸੈਕੰਡ ਸਟੈਪ ਤੇ ਆ ਜਾਓ ਵੀ ਜਿਹੜੇ ਐਮਐਸਪੀ ਤੁਹਾਨੂੰ ਏਜੰਡਾ ਤੁਹਾਡੇ ਉਹ ਤੇ ਕੀ ਵਿਚਾਰ ਆ। ਤੇ ਉਹ ਤੇ ਗੱਲ ਚੱਲਦੀ ਰਹੀ ਤੇ ਕਹਿੰਦੇ ਵੀ ਐਡਾ ਵੱਡਾ ਬਜਟ ਨਹੀਂ ਹੁੰਦਾ ਵੀ ਸਾਰੇ ਇੰਡੀਆ ਦੀ ਪੂਰਾ ਐਮਐਸਪੀ ਤੇ ਖਰੀਦੀ ਜਾਵੇ ਤੇ ਲੱਖਾਂ ਕਰੋੜਾਂ ਦਾ ਹੀ ਬਜਟ ਬਣ ਜਾਂਦਾ। ਪਰ ਇਹਦਾ ਰਸਤਾ ਤਾਂ ਲੱਭਣਾ ਪਊਗਾ, ਕਿਉਂਕਿ ਐਮਐਸਪੀ ਤੁਸੀਂ ਡਿਕਲੇਅਰ ਕਰਦੇ ਹੋ, ਤੁਸੀਂ ਪਰਚੇਜ਼ ਕਰਦੇ ਨਹੀਂ। ਇੱਕ 7-8% ਆਬਾਦੀ ਦੀ ਪਰਚੇਜ਼ ਕੀਤੀ ਜਾਂਦੀ ਹੈ, ਬਾਕੀ ਦੀ ਨਹੀਂ ਕੀਤੀ ਜਾਂਦੀ। ਤਾਂ 23 ਫਸਲਾਂ ਤੇ ਜੇ ਤੁਸੀਂ ਐਮਐਸਪੀ ਦਿੰਦੇ ਹੋ ਤਾਂ ਘੱਟੋ ਘੱਟ ਤੁਹਾਨੂੰ ਉਹਦੀ ਪਰਚੇਜ਼ ਪਾਵਰ ਵੀ ਰੱਖਣੀ ਚਾਹੀਦੀ ਹੈ। ਜਿਹੜਾ ਡੈਬਿਟ ਆ ਜਾਂ ਉਹ ਪੂਰਾ ਕਰਨਾ ਚਾਹੀਦਾ। ਕੋਈ ਵੀ ਪਲੈਨਿੰਗ ਜਿਵੇਂ ਪਿੱਛੇ ਜੇ ਇਕਨੋਮਿਕਸ ਲੈਵਲ ਨੇ ਦਿੱਤੀ ਹੈ ਗੱਲ, ਉਹ ਮਤਲਬ ਆਪਣੇ ਲੈਵਲ ਦੇ ਉੱਤੇ ਸਰਕਾਰ ਨੂੰ ਰੱਖਣੀ ਸੀ ਵੀ ਡੈਬਿਟ ਦੇਣ। ਜੇ ਪ੍ਰਾਈਵੇਟ ਪਰਚੇਜ਼ ਖਰੀਦਾ, ਸਪੋਜ਼ ਕਰੋ ਵੀ 1819 ਰੁਪਏ ਦੀ ਕਣਕ ਖਰੀਦਾ ਤੇ 1200 ਦੀ ਖਰੀਦਾ 600 ਰੁਪਏ ਸਰਕਾਰ ਦੇ ਦੇਵੇ, ਤਾਂ ਉਦਾਂ ਦੀ ਕੋਈ ਵੀ ਪਾਲਿਸੀ ਬਣ ਸਕਦੀ ਹੈ ਵੀ ਐਮਐਸਪੀ ਪਰ ਹੋਣੀ ਚਾਹੀਦੀ ਹੈ, ਫਾਰਮਰ ਨੂੰ ਮਿਲਣੀ ਚਾਹੀਦੀ ਹੈ। ਤਾਂ ਉਹ ਇਹੋ ਜਿਹੀ ਗੱਲ ਕਰਦੇ, ਉਹ ਕਹਿੰਦੇ 5 ਮੈਂਬਰੀ ਕੋਈ ਕਮੇਟੀ ਬਣਾ ਦਾਂਗੇ ਜਾਂ ਕੋਈ ਪਾਰਲੀਮੈਂਟਰੀ ਕਮੇਟੀ ਬਣਾ ਦਾਂਗੇ ਵੀ ਉਹਦੇ ਵਿੱਚ ਅਸੀਂ ਉਹਦਾ ਪੱਖ ਵੀ ਸਰਕਾਰ ਦਾ ਸੁਣ ਲਿਆ ਵੀ ਤੁਸੀਂ ਇਹ ਕਮੇਟੀ ਬਣਾਉਣਾ ਚਾਹੁੰਦੇ ਹੋ, ਪਰ ਇਹ ਕਮੇਟੀ ਜਲਦੀ ਫੈਸਲਾ ਨਹੀਂ ਕਰਦੀ। ਅੱਗੇ ਵੀ ਕਮੇਟੀਆਂ ਬਣੀਆਂ ਸੀਗੀਆਂ ਤੇ ਰਿਜੈਕਟ ਨਹੀਂ ਕੀਤਾ, ਅਸੀਂ ਉਹਨੂੰ ਸਾਈਡ ਰੱਖ ਲਿਆ। ਅਸੀਂ ਉਹਨਾਂ ਵਿਊ ਆਫ ਪੁਆਇੰਟ ਲੈ ਲਿਆ, ਜਿਵੇਂ ਪਹਿਲਾਂ ਕਾਨੂੰਨ ਤੇ ਲੈ ਲਿਆ, ਫਿਰ ਸੈਕੰਡ ਸਾਨੂੰ ਸੀ ਮਤਲਬ ਅਸੀਂ ਚਾਰੇ ਜਿਹੜੇ ਅਸੀਂ ਸੂਤਰ ਦਿੱਤੇ ਆ, ਚਾਰਾਂ ਤੇ ਅਸੀਂ ਗੱਲ ਕਰਨਾ ਚਾਹੁੰਦੇ ਸੀ ਵੀ ਕੋਈ ਗੱਲ ਵੇਸਟ ਨਾ ਹੋਵੇ। ਘੱਟੋ ਘੱਟ ਸਰਕਾਰ ਦਾ ਇੱਕ शीशा साफ होवे भी सरकार ਉਹਦੇ ਬਾਰੇ ਕੀ ਸੋਚਦੀ। ਇਸੀ ਕੱਲ ਦੀ ਮੀਟਿੰਗ ਦੀ ਜਾਣਕਾਰੀ। ਹੋਰ ਇਸ ਕੜਾਕੇ ਦੀ ਠੰਡ ਵਿੱਚ ਵੀ ਕਿਸਾਨਾਂ ਦੇ ਹੌਸਲੇ ਬੁਲੰਦ ਨਜ਼ਰ ਆ ਰਹੇ ਨੇ। ਟਿਕਰੀ ਬਾਰਡਰ ਤੇ ਕਿਸਾਨਾਂ ਵੱਲੋਂ ਅਰਧ ਨਗਨ ਹੋ ਕੇ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨ ਵਿੱਚ ਨੌਜਵਾਨਾਂ ਸਮੇਤ ਬਜ਼ੁਰਗ ਕਿਸਾਨ ਵੀ ਸ਼ਾਮਿਲ ਹੋਏ। ਉਹ ਬਜ਼ੁਰਗ ਕਿਸਾਨ ਜਿਨ੍ਹਾਂ ਬਾਰੇ ਲਗਾਤਾਰ ਖੇਤੀਬਾੜੀ ਮੰਤਰੀ ਇਹ ਕਹਿ ਰਹੇ ਨੇ ਕਿ ਇਹਨਾਂ ਨੂੰ ਵਾਪਸ ਘਰ ਭੇਜਿਆ ਜਾਏ। बाकी मंगा पूरा होने तक आंदोलन जारी रहेगा। किसानों ने साफ कह दिया है 2 मंगा ते तो अंदाजे की सहमति बनी है, पर बाकी 2 मुख्य मंगा अधूरिया ने। हो रही तस्वीर अज टिकरी बॉर्डर दिया जिथे अर्धनगन होकर नौजवान उतरे, खेती कानून खिलाफ विरोध जताया, सरकार तो मांग की कि कानून वापस ले जान। इस प्रदर्शन दौरान बुजुर्ग भी शामिल होए। सर्दी दिल्ली दी सबनों पता है, सर्दी का सितम जारी।
ਕੜਾਕੇ ਦੀ ਠੰਡ ਪੈ ਰਹੀ ਹੈ, ਉਸ ਦੇ ਬਾਵਜੂਦ ਕਿਸਾਨਾਂ ਦੇ ਹੌਸਲੇ ਕਿਸ ਕਦਰ ਬੁਲੰਦ, ਇਹ ਤਸਵੀਰਾਂ ਬਿਆਨ ਕਰ ਰਹੀਆਂ ਨੇ। ਇਸ ਵਿਚਾਲੇ ਅੰਦੋਲਨਕਾਰੀ ਕਿਸਾਨਾਂ ਦੀ ਮੌਤ ਦੀ ਗਿਣਤੀ ਵਧੀ ਹੈ। ਕਿਸਾਨ ਅੰਦੋਲਨ ਵਿੱਚ ਇੱਕ ਹੋਰ ਕਿਸਾਨ ਨੇ ਦਮ ਤੋੜ ਦਿੱਤਾ। ਟਿਕਰੀ ਬਾਰਡਰ ਤੇ ਕਿਸਾਨ ਅੰਦੋਲਨ ਵਿੱਚ ਸ਼ਾਮਲ ਸੀ ਇਹ ਕਿਸਾਨ, ਦਿਮਾਗ ਦੀ ਨਸ ਫਟਣ ਕਾਰਨ ਇਸ ਦੀ ਮੌਤ ਹੋ ਗਈ। ਕੈਥਲ ਦੇ ਪਿੰਡ ਭਾਣਾ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਰਾਮ ਕੁਮਾਰ, ਜਿਸ ਦੀ ਮੌਤ ਦੀ ਖਬਰ ਮਿਲ ਰਹੀ ਹੈ। 40 ਤੋਂ ਵੱਧ ਕਿਸਾਨ ਹਾਲੇ ਤੱਕ ਦਮ ਤੋੜ ਚੁੱਕੇ ਨੇ। 36ਵਾਂ ਦਿਨ ਕਿਸਾਨਾਂ ਦੇ ਧਰਨੇ ਦਾ, ਹੋਰ 40 ਤੋਂ ਵੱਧ ਕਿਸਾਨ ਹਾਲੇ ਤੱਕ ਵੱਖ-ਵੱਖ ਵਜ੍ਹਾਵਾਂ ਕਾਰਨ ਇਸ ਮੋਰਚੇ ਦੌਰਾਨ ਦਮ ਤੋੜ ਚੁੱਕੇ ਨੇ। ਕਿਸੇ ਦੀ ਰੋਡ ਐਕਸੀਡੈਂਟ ਦੌਰਾਨ ਮੌਤ ਹੋਈ, ਕਿਸੇ ਦੀ ਧਰਨੇ ਦੌਰਾਨ। ਹੋਰ ਜ਼ਿਆਦਾ ਜਾਣਕਾਰੀ ਦੇ ਨਾਲ ਕੈਥਲ ਤੋਂ ਵਿਰਿੰਦਰ ਪੁਰੀ ਇਸ ਵਕਤ ਜੁੜ ਚੁੱਕੇ ਨੇ। ਵਿਰਿੰਦਰ, ਜਾਣਨਾ ਚਾਹਾਂਗੇ ਟਿਕਰੀ ਬਾਰਡਰ ਤੇ ਰਾਮਪਾਲ ਨਾਂ ਦਾ ਇੱਕ ਕਿਸਾਨ, ਰਾਮ ਕੁਮਾਰ ਨਾਂ ਦਾ ਇੱਕ ਕਿਸਾਨ ਧਰਨੇ ਤੇ ਬੈਠਾ ਹੋਇਆ ਸੀ। ਕਿੰਨੀ ਕੁ ਉਮਰ ਸੀ और मौत की वजह दसिया जा रहा है कि नस फटन कारण मौत हुई? देखिए राजेंद्र, लगातार जो किसानों की मौत है वो लगातार जो सिंगू बॉर्डर है या फिर टिकरी बॉर्डर है वहां पर लगातार किसानों की मौत हो रही है। कोई ठंड का कारण है तो कोई अटैक है या फिर दिमाग की नस फटने। तो कैथल के जो किसान भाना गांव के राम कुमार, जिनकी उम्र 56 साल थी और 10-15 दिनों से वो टिकरी बॉर्डर पर किसान आंदोलन में अपनी सेवाएं दे रहे थे। तो कारण ये हुआ कि उनकी जो दिमाग की नस है वो फट गई, उन्हें हॉस्पिटल ले जाया गया, लेकिन उनकी मौके पर यानी हॉस्पिटल में ले जाकर मौत हो गई। जिसके बाद जो शव है उसको कैथल पहुंचाया गया। कैथल के जो सरकारी अस्पताल है वहां पर पोस्टमार्टम के बाद जो शव है वो परिजनों को सौंप दिया जाएगा। और जो उनका गांव है भाना, पैतृक गांव, वहाँ एक शोक की लहर जरूर है, लेकिन जैसे जैसे किसानों की मौत हो रही है तो किसान आंदोलन और तेज हो रहा है। जी राजेंद्र, शुक्रिया वीरेंद्र तमाम जानकारी के लिए। इस विचाले दिल्ली मोर्चे ਨੂੰ लगातार हिमायत मिल रही है। अमृतसर तो कुछ नौजवान दिल्ली ਲਈ बाइक्स ਤੇ सवार होकर रवाना होए। इन्हां विचों कई तक किसान परिवारां नाल संबंध ही नहीं रखते। किसान अंदोलन के दौरान हर रोज एक नवी तस्वीर नजर आती, तो अज भी बहुत सारे नौजवान जिहड़े ने वो अपनी अपनी बाइक्स के उपर दिल्ली बॉर्डर के उपर जा रहे हैं। तो इत्थे एक कपल तुसीं देख सकते हो कि बाइक के उपर सवार है। तो इन्हां वल्लों भी उत्थे जिहड़ा अंदोलन चल रहा उस दे विच शमूलीयत जिहड़ी है वो कीती जानी है। की कारण है, तुसीं क्यों सोचा कि बाइक के उपर उत्थे जाण दी लोड़ है? क्योंकि न्यू ईयर लोकी अपने अपने घरां दे विच सैलीब्रेट करते हैं। न्यू ईयर ਲਈ ਸਭ ਤੋਂ ਵਧੀਆ ਸੈਲੀਬ੍ਰੇਸ਼ਨ ਉੱਥੇ ਹੋ ਸਕਦੀ ਹੈ ਦਿੱਲੀ, ਇਸ ਲਈ ਅਸੀਂ ਦਿੱਲੀ ਜਾ ਰਹੇ ਹਾਂ। ਪਰ ਠੰਡ ਬਹੁਤ ਜ਼ਿਆਦਾ, ਲੱਗਦਾ ਨਹੀਂ ਕਿ ਦਿੱਕਤਾਂ ਦਾ ਵੀ ਸਾਹਮਣਾ ਕਰਨਾ ਪੈ ਸਕਦਾ? ਉੱਥੇ ਜਿਹੜੇ ਕਿਸਾਨ ਬੈਠੇ ਨੇ ਉਹ ਵੀ ਤਾਂ ਇੰਨੀ ਠੰਡ 'ਚ ਬੈਠੇ ਨੇ। ਤਾਂ ਤੁਸੀਂ ਵੀ ਕਿਸੇ ਕਿਸਾਨ ਪਰਿਵਾਰ ਦੇ ਨਾਲ ਸੰਬੰਧ ਰੱਖਦੇ ਹੋ ਜਾਂ ਕੋਈ ਹੋਰ ਕਿੱਤਾ ਤੁਹਾਡਾ? ਨਹੀਂ, ਮੈਂ ਕਿਸੇ ਕਿਸਾਨ ਪਰਿਵਾਰ ਦੇ ਨਾਲ ਸੰਬੰਧ ਨਹੀਂ ਰੱਖਦੀ। ਮੈਂ ਬਸ ਆਪਣੇ ਪੰਜਾਬ ਵੱਲੋਂ ਤੇ ਕਿਸਾਨ ਵੱਲੋਂ ਜਾ ਰਹੀ ਹਾਂ। ਤੁਸੀਂ ਭਾਈ ਸਾਹਿਬ ਕੀ ਕੰਮ ਕਰਦੇ ਹੋ ਔਰ ਕਿੱਦਾਂ ਲੱਗਾ ਜਦੋਂ ਇਹਨਾਂ ਨੇ ਕਿਹਾ ਕਿ ਮੈਂ ਤੁਹਾਡੇ ਨਾਲ ਜਾਣਾ ਚਾਹੁੰਦੀ ਹਾਂ? ਕਿਉਂਕਿ ਠੰਡ ਬਹੁਤ ਜ਼ਿਆਦਾ ਹੈ, ਤਾਂ ਕਿੱਦਾਂ ਪਰਿਵਾਰ ਨੂੰ ਛੱਡ ਕੇ ਹੁਣ ਤੁਸੀਂ ਉੱਥੇ ਜਾ ਰਹੇ ਹੋ? ਮਨ ਦੇ ਵਿੱਚ ਕੀ ਚੱਲ ਰਿਹਾ? ਅਸੀਂ ਦੋਵੇਂ ਟੀਚਰਸ ਹੀ ਹਾਂ, ਮੈਂ ਵੀ ਟੀਚਰ ਹਾਂ, ਇਹ ਵੀ ਟੀਚਰ ਨੇ। ਔਰ ਜੇ ਸਾਰੇ ਜਾਣੇ ਜਾ ਰਹੇ ਨੇ ਤੇ ਸਾਡਾ ਵੀ ਫਰਜ਼ ਬਣਦਾ, ਕਿਉਂਕਿ ਅਸੀਂ ਪੰਜਾਬ ਦੇ ਹਾਂ। ਉਹ ਜਿਹੜੇ ਉੱਥੇ ਬੈਠੇ ਨੇ ਉਹ ਵੀ ਸਾਡੇ ਹੀ ਨੇ, ਉਹ ਸਾਡੇ ਲਈ ਬੈਠੇ ਨੇ। ਸਾਡਾ ਉੱਥੇ ਜਾਣਾ ਫਰਜ਼ ਹੈ ਇਸ ਟਾਈਮ। ਔਰ ਜੇ ਅਸੀਂ ਜਾ ਕੇ ਸਾਡੇ ਜਾਣ ਨਾਲ ਉਹਨਾਂ ਨੂੰ ਹੌਸਲਾ ਮਿਲਦਾ ਤੇ ਸਾਡੇ ਲਈ ਬਹੁਤ ਵੱਡੀ ਗੱਲ ਹੈ। ਤੇ ਤੁਹਾਨੂੰ ਕਿਸੇ ਨੇ ਇਹਦੇ ਲਈ ਪ੍ਰੇਰਿਆ ਜਾਂ ਆਪਣੇ ਆਪ ਹੀ ਮਨ ਦੇ ਵਿੱਚ ਵਿਚਾਰ ਆਇਆ ਕਿ ਉੱਥੇ ਜਾਣਾ ਚਾਹੀਦਾ? ਨਹੀਂ, ਪ੍ਰੇਰਿਆ ਤੇ ਕਿਸੇ ਨੇ ਨਹੀਂ ਹੈਗਾ। ਅਸੀਂ ਪਹਿਲੇ ਵੀ ਇੱਕ ਵਾਰੀ ਜਾ ਕੇ ਆਏ ਹਾਂ, ਪਰ ਹੁਣ ਫਿਰ ਜਾਣ ਦਾ ਤਾਂ ਮਨ ਸੀ ਕਿ ਨਵਾਂ ਸਾਲ ਘਰ ਬੈਠੇ ਵੀ ਸੈਲੀਬ੍ਰੇਸ਼ਨ ਕਰਨਾ ਹੈ। ਉਹ ਵੀ ਤੇ ਠੰਡ 'ਚ ਬੈਠੇ ਨੇ, ਸਾਨੂੰ ਕਮਰਿਆਂ 'ਚ ਠੰਡ ਲੱਗਦੀ ਹੈ, ਤੇ ਜਿਹੜੇ ਉਹ ਸੜਕਾਂ ਤੇ ਬੈਠੇ ਨੇ ਉਹਨਾਂ ਨੂੰ ਠੰਡ ਕੀ ਕਹਿੰਦੀ ਹੈ? ਤੇ ਫਿਰ ਸਾਡੇ ਰਾਹ 'ਚ ਠੰਡ ਦਿੱਕਤ ਨਹੀਂ ਆ ਸਕਦੀ। ਤਾਂ ਜਿੱਦਾਂ ਮੈਂ ਪਹਿਲਾਂ ਵੀ ਉਹਨਾਂ ਨੂੰ ਸਵਾਲ ਕੀਤਾ ਕਿ ਖੇਤੀਬਾੜੀ ਦੇ ਨਾਲ ਸਿੱਧਾ ਕੋਈ ਸੰਬੰਧ ਹੈ ਆਪਣਾ? ਸਾਡਾ ਖੇਤੀਬਾੜੀ ਨਾਲ ਸੰਬੰਧ ਨਹੀਂ ਹੈ, ਪਰ ਸਾਡਾ ਪੰਜਾਬ ਦੇ ਨਾਲ ਸੰਬੰਧ ਹੈ, ਕਿਉਂਕਿ ਅਸੀਂ ਇੱਥੇ ਰਹਿ ਰਹੇ ਹਾਂ। ਰਹਿਣ ਦੇ ਨਾਲ ਹੀ ਸਾਡਾ ਇੱਥੇ ਫਰਜ਼ ਬਣਦਾ ਕਿ ਜੇ ਇਹਦੇ ਵਾਸਤੇ ਕੋਈ ਲੜਾਈ ਹੋ ਰਹੀ ਹੈ ਤੇ ਅਸੀਂ ਉਹਦੇ 'ਚ ਸ਼ਾਮਿਲ ਹੋਈਏ। ਤਾਂ ਇਹ ਤੁਸੀਂ ਦੇਖਿਆ ਕਿ ਜੋਸ਼ ਔਰ ਜਜ਼ਬਾ ਜਿਹੜਾ ਹਰ ਕਿਸੇ ਦੇ ਵਿੱਚ ਦੇਖਣ ਨੂੰ ਮਿਲ ਰਿਹਾ। ਤਾਂ ਇਹ ਜੋ ਪਤੀ ਪਤਨੀ ਦੋਵੇਂ ਅਧਿਆਪਕ ਨੇ ਔਰ ਇਹਨਾਂ ਦਾ ਕਹਿਣਾ ਹੈ ਕਿ ਅਸੀਂ ਨਵਾਂ ਸਾਲ ਹਰ ਸਾਲ ਆਪਣੇ ਪਰਿਵਾਰ ਦੇ ਵਿੱਚ ਮਨਾਉਂਦੇ ਸੀ, ਪਰ ਇਸ ਵਾਰ ਇਹ ਸੋਚਿਆ ਕਿ ਠੰਡ ਦੇ ਬਾਵਜੂਦ ਜਿਹੜੇ ਕਿਸਾਨ ਸੜਕਾਂ ਦੇ ਉੱਪਰ ਡਟੇ ਨੇ, ਕਿਉਂ ਨਾ ਇਹ ਜਿਹੜਾ ਸਾਲ ਹੈ ਉਹਨਾਂ ਦੇ ਵਿੱਚ ਬਹਿ ਕੇ ਮਨਾਇਆ ਜਾਵੇ। ਤਾਂ ਇਹਨਾਂ ਦਾ ਇੱਕ ਜੋਸ਼ ਜਾਂ ਜਜ਼ਬਾ ਜਿਹੜਾ ਅਸੀਂ ਕਹਿ ਸਕਦੇ ਹਾਂ ਕਿ ਉਹ ਕਾਬਿਲੇ ਤਾਰੀਫ ਹੈ, ਕਿਉਂਕਿ ਬਹੁਤ ਜ਼ਿਆਦਾ ਠੰਡ ਹੈ। ਅੰਮ੍ਰਿਤਸਰ ਦੇ ਵਿੱਚ ਧੁੰਦ ਵੀ
ਬਹੁਤ ਸੰਘਣੀ ਇਸ ਵੇਲੇ ਛਾਈ ਹੋਈ ਹੈ। ਤਾਂ ਜਿੱਥੇ ਹੋਰ ਨੌਜਵਾਨ ਜਿਹੜੇ ਨੇ ਉਹ ਆਪਣੀਆਂ ਬਾਈਕਸ ਲੈ ਕੇ ਦਿੱਲੀ ਦੇ ਅੰਦੋਲਨ ਦੇ ਵਿੱਚ ਸ਼ਾਮਲ ਹੋਣ ਦੇ ਲਈ ਜਾ ਰਹੇ ਨੇ, ਤਾਂ ਉਹਨਾਂ ਦੇ ਵਿੱਚ ਇਹ ਇੱਕ ਜੋੜਾ ਐਸਾ ਵੀ ਸ਼ਾਮਲ ਹੈ ਜੋ ਕਿ ਅਧਿਆਪਕ ਹੈ, ਔਰ ਇਹਨਾਂ ਨੂੰ ਇਹ ਮਹਿਸੂਸ ਹੋਇਆ ਕਿ ਅੱਜ ਭਾਵੇਂ ਇਹਨਾਂ ਦਾ ਖੇਤੀਬਾੜੀ ਦੇ ਨਾਲ ਸਿੱਧਾ ਕੋਈ ਸੰਬੰਧ ਨਹੀਂ ਹੈ, ਪਰ ਇੱਕ ਪੰਜਾਬੀ ਹੋਣ ਦੇ ਨਾਤੇ ਉਹਨਾਂ ਦਾ ਇਹ ਇੱਕ ਮਨ ਜ਼ਰੂਰ ਬਣਿਆ ਕਿ ਅੱਜ ਪੰਜਾਬ ਦੇ ਇਸ ਵੱਡੇ ਅੰਦੋਲਨ ਦਾ ਹਿੱਸਾ ਜਿਹੜਾ ਉਹ ਜ਼ਰੂਰ ਬਣਨਾ ਚਾਹੀਦਾ ਹੈ। ਕੈਮਰਾਮੈਨ ਹਨੀਸ਼ ਕੁਮਾਰ ਦੇ ਨਾਲ ਰਾਜੀਵ ਸ਼ਰਮਾ, ਨਿਊਜ਼ 18 ਅੰਮ੍ਰਿਤਸਰ। ਹੁਣ ਖਬਰ ਨਵੇਂ ਸਾਲ ਨੂੰ ਲੈ ਕੇ ਲੋਕ ਇਨਸਾਫ ਪਾਰਟੀ ਵੱਲੋਂ ਅੱਜ ਰਾਤ ਨੂੰ ਸਿੰਘੂ ਬਾਰਡਰ ਤੇ ਕੀਰਤਨ ਸਮਾਗਮ ਕਰਵਾਇਆ ਜਾਏਗਾ ਤੇ ਦਿੱਲੀ ਮੋਰਚੇ ਦੀ ਫਤਿਹ ਲਈ ਅਰਦਾਸ ਕੀਤੀ ਜਾਏਗੀ। ਸਿਮਰਜੀਤ ਬੈਂਸ ਮੁਤਾਬਿਕ ਕਿਸਾਨ ਸੜਕਾਂ ਤੇ ਬੈਠੇ ਆਪਣੇ ਹੱਕਾਂ ਲਈ ਅੰਦੋਲਨ ਲੜ ਰਹੇ ਨੇ, ਇਸ ਲਈ ਕਿਸਾਨਾਂ ਲਈ ਅਰਦਾਸ ਹੋਣੀ ਚਾਹੀਦੀ ਤਾਂ ਜੋ ਅੰਦੋਲਨ ਵਿੱਚ ਜਿੱਤ ਹੋਵੇ। ਮੇਰੀ ਸਾਰੀ ਸੰਗਤ ਨੂੰ ਅਪੀਲ ਬੇਨਤੀ ਆ, ਜਿਹੜੇ ਫਤਿਹਗੜ੍ਹ ਸਾਹਿਬ ਮੱਥਾ ਟੇਕਣ ਵਾਸਤੇ ਸ਼ਰਧਾ ਤੇ ਸਤਿਕਾਰ ਭੇਟ ਕਰਨ ਲਈ ਗਏ ਆ, ਉਹ ਮੱਥਾ ਟੇਕਣ ਤੋਂ ਬਾਅਦ ਸਿੱਧਾ ਦਿੱਲੀ ਦੇ ਬਾਰਡਰਾਂ ਦੇ ਉੱਤੇ ਜਿਹੜਾ ਦੇਸ਼ ਦਾ ਅੰਨਦਾਤਾ ਸੰਘਰਸ਼ ਲੜ ਰਿਹਾ, ਅੰਦੋਲਨ ਚੱਲ ਰਿਹਾ, ਉਹਦੇ ਵਿੱਚ ਸ਼ਮੂਲੀਅਤ। ਔਰ ਅਸੀਂ ਜਿਹੜਾ ਆਉਣ ਵਾਲਾ ਨਵਾਂ ਸਾਲ ਜਿਹੜਾ ਉਦੋਂ ਹੀ ਮਨਾਉਣਾ ਵਾਜਬ ਹੈ ਜਦੋਂ ਕਿਸਾਨ ਤੇ ਮਜ਼ਦੂਰ ਜਿਹੜਾ ਖੁਸ਼ਹਾਲ ਹੋਏਗਾ। ਸੋ ਅਸੀਂ 31 ਦਸੰਬਰ ਦੀ ਰਾਤ ਸਿੰਘੂ ਬਾਰਡਰ ਦੇ ਉੱਤੇ ਇੱਕ ਬਹੁਤ ਵੱਡਾ ਕੀਰਤਨ ਦਰਬਾਰ, ਅਰਦਾਸ ਬੇਨਤੀ ਅੰਦੋਲਨਕਾਰੀਆਂ ਦੀ ਚੜ੍ਹਦੀ ਕਲਾ ਵਾਸਤੇ ਤੇ ਅੰਦੋਲਨ ਦੀ ਸਫਲਤਾ ਵਾਸਤੇ ਅਸੀਂ ਉਹ ਰਾਤ ਉੱਥੇ ਅੰਦੋਲਨਕਾਰੀਆਂ ਦੇ ਵਿੱਚ ਬੈਠ ਕੇ ਗੁਰੂ ਦੇ ਚਰਨਾਂ ਦੇ ਵਿੱਚ ਜਸ ਸਰਵਣ ਕਰਦੇ ਹੋਏ, ਗੁਰਬਾਣੀ ਦਾ ਕੀਰਤਨ ਸਰਵਣ ਕਰਦੇ ਹੋਏ ਅਰਦਾਸ। ਉਧਰ ਪੰਜਾਬ ਵਿੱਚ ਮੋਬਾਈਲ ਟਾਵਰ ਤੋੜੇ ਜਾਣ ਦੇ ਮਾਮਲੇ 'ਚ ਐਸਓਚਐਮ ਨੇ ਵੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਚਿੱਠੀ ਲਿਖੀ ਹੈ। ਅਜਿਹੀਆਂ ਘਟਨਾਵਾਂ ਨਾਲ ਪੰਜਾਬ ਦੇ ਅਕਸ ਨੂੰ ਨੁਕਸਾਨ ਪਹੁੰਚ ਰਿਹਾ ਹੈ, ਨਿਵੇਸ਼ਕ ਪੰਜਾਬ ਤੋਂ ਦੂਰ ਹੋ ਸਕਦੇ ਨੇ, ਐਸਓਚਐਮ ਨੇ ਇਹ ਚੇਤਾਇਆ। ਸੀਐਮ ਤੋਂ ਪੂਰੇ ਮਾਮਲੇ 'ਚ ਦਖਲ ਦੇਣ ਦੀ ਮੰਗ ਕੀਤੀ ਗਈ। ਕਿਸਾਨ ਜਥੇਬੰਦੀਆਂ ਤੋਂ ਵੀ ਅਜਿਹਾ ਨਾ ਕਰਨ ਦੀ ਅਪੀਲ ਕੀਤੀ ਗਈ। ਸਨਅਤੀ ਇਕਾਈਆਂ ਦੀ ਨੁਮਾਇੰਦਾ ਸੰਸਥਾ ਹੈ ਐਸਓਚਐਮ। ਹੋਰ ਤੁਹਾਨੂੰ ਦੱਸ ਦਈਏ ਕਿ 32 ਕਿਸਾਨ ਜਥੇਬੰਦੀਆਂ ਜਿਹੜੀਆਂ ਨੇ ਉਹ ਵੀ ਕਹਿ ਚੁੱਕੀਆਂ ਨੇ ਕਿ ਸਾਡੇ ਵੱਲੋਂ ਕੋਈ ਕਾਲ ਨਹੀਂ ਹੈ ਕਿ ਟਾਵਰਾਂ ਨੂੰ ਨੁਕਸਾਨ ਪਹੁੰਚਾਇਆ ਜਾਏ। ਮੁੱਖ ਮੰਤਰੀ ਇਹ ਕਹਿ ਚੁੱਕੇ ਨੇ ਕਿ ਅਜਿਹਾ ਕੋਈ ਕਦਮ ਜਿਹੜੇ ਨੇ ਸ਼ਰਾਰਤੀ ਅਨਸਰ ਨਾ ਕਰਨ ਜਿਸ ਦੇ ਨਾਲ ਸੰਪत्ति ਨੂੰ ਨੁਕਸਾਨ ਪਹੁੰਚਦਾ ਹੈ। ਸੰਪत्ति ਨੂੰ ਨੁਕਸਾਨ ਨਾ ਪਹੁੰਚਾਇਆ ਜਾਏ ਅਤੇ ਪੁਲਿਸ ਨੂੰ ਵੀ ਸਖਤ ਕਾਰਵਾਈ ਸ਼ਰਾਰਤੀ ਅਨਸਰਾਂ ਖਿਲਾਫ ਕਰਨ ਦੇ निर्देश दिए गए ने। प्रधानमंत्री तो लेके मुख्यमंत्री अपील कर चुके हैं कि आंदोलन ठीक है हो रहा है लेकिन शांतमई होना चाहिए। किसानों ने साफ कह दिता है, किसान जथेबंदियां ने कि साडे वालों कोई कॉल नहीं दी गई। इस विचाले कुछ शरारती अनसरां वालों पंजाब विच मोबाइल टावरां नूं कई थावां ते नुकसान पहुंचाया गया, जिसते एसओचएम ने भी जिसका नोटिस लिया और मुख्यमंत्री नूं चिट्ठी लिख के कहा है कि अजिहियां घटनावां नाल पंजाब दे अक्स नूं नुकसान हो सकता है, निवेशक पंजाब तो दूर हो सकते हैं, मुख्यमंत्री मामले दखल दे। और किसानी आंदोलन में चले पंजाब बीजेपी के वफद ने कल राज्यपाल वीपी सिंह बदनौर नाल मुलाकात की ते पंजाब की कानून व्यवस्था दा मुद्दा चुकिया। पंजाब बीजेपी के वफद ने राज्यपाल दे कोल डीजीपी पंजाब दिनकर गुप्ता की शिकायत की। बीजेपी का इल्जाम है कि डीजीपी अपनी ड्यूटी सही तरीके नहीं निभा रहे, कांग्रेस के हाथ ठोका बन के रह गए। डीजीपी तो सूबे की कानून व्यवस्था नहीं संभाली जा रही। बीजेपी ने राज्यपाल तो मंग की कि वह अपने अधिकारों की वरतों करके इस मामले के विच दखल देन, क्योंकि किसानों की आड़ दे विच सूबे का माहौल खराब करने की कोशिश हो रही है। भारतीय जनता पार्टी के लोकतांत्रिक अधिकारों का हनन हो रहा है, पार्टी को अपने कार्यक्रमों को करने से रोका जा रहा है। सारी जानकारी उनको दी है और उनको कहा है कि ऐसे वातावरण के अंदर नगर पालिका और नगर निगम के चुनाव ये डीजीपी नहीं करवा सकता, क्योंकि डीजीपी कांग्रेस के वर्कर के नाते काम कर रहा है। पंजाब दे विच जल्द ही निगम चोणां होण जा रहीआं ने। बीजेपी का मानना कि ऐसे माहौल दे विच चोण प्रचार करना भी चुनौती बन सकता है। जो पंजाब की कंडीशन है ਉਹਦੇ 'ਚ शांति नहीं है। ਅਸੀਂ देखो गवर्नर साहब ने सारी गल्लां कही, चुनाव के वास्ते भी कहा कि वातावरण पैदा करने की सरकार की जिम्मेदारी है और तुसी सरकार है। पंजाब पुलिस नहीं करा सकेगी निष्पक्ष, इसलिए तुसी CRP केंद्र ਦੀਆਂ ਜਿਹੜੀਆਂ ਏਜੰਸੀਜ਼ ਹੈ ਉਹਨਾਂ ਦੀ ਮਦਦ ਲਓ ताकि ਲੋਕਾਂ ਦਾ ਇਹ ਭਰੋਸਾ ਕਾਇਮ ਹੋਵੇ। दरअसल 25 दसंबर ਨੂੰ ਸਾਬਕਾ ਪ੍ਰਧਾਨਮੰਤਰੀ ਅਟਲ ਬਿਹਾਰੀ ਵਾਜਪੇਈ ਨੂੰ ਸਮਰਪਿਤ ਪ੍ਰੋਗਰਾਮਾਂ ਦੇ ਵਿੱਚ ਬੀਜੇਪੀ ਨੂੰ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ। ਕਈ ਥਾਵਾਂ ਤੇ ਬੀਜੇਪੀ ਦੇ ਪ੍ਰੋਗਰਾਮਾਂ ਦੇ ਵਿੱਚ ਭੰਨ ਤੋੜ ਵੀ ਹੋਈ ਸੀ।
ਚੰਡੀਗੜ੍ਹ ਤੋਂ ਮਨੋਜ ਰਾਠੀ, ਨਿਊਜ਼ 18। ਸਾਲ ਦੇ ਜਸ਼ਨਾਂ ਲਈ ਤਿਆਰ ਹੈ। ਚੰਡੀਗੜ੍ਹ ਵਿੱਚ ਬੇਸ਼ੱਕ ਨਾਈਟ ਕਰਫਿਊ ਨਹੀਂ ਹੋਏਗਾ, ਪਰ ਪ੍ਰਸ਼ਾਸਨ ਪੂਰੀ ਤਰ੍ਹਾਂ ਮੁਸਤੈਦ ਰਹੇਗਾ। ਨਵੇਂ ਸਾਲ ਦੇ ਜਸ਼ਨਾਂ ਲਈ ਹਰ ਪਾਸੇ ਤਿਆਰੀਆਂ ਹੋ ਰਹੀਆਂ ਨੇ। ਕੋਰੋਨਾ ਕਾਲ ਤੋਂ ਬਾਅਦ ਹਰ ਕੋਈ ਇੱਕ ਖੁਸ਼ੀਆਂ ਭਰੇ ਨਵੇਂ ਸਾਲ ਦੀ ਉਮੀਦ ਕਰ ਰਿਹਾ ਹੈ। ਨਵੇਂ ਸਾਲ ਦੇ ਜਸ਼ਨਾਂ ਦੇ ਵਿੱਚ ਕੁਝ ਹੀ ਘੰਟੇ ਬਾਕੀ ਨੇ। ਹਰ ਕੋਈ ਖੁਸ਼ੀਆਂ ਭਰੇ ਨਵੇਂ ਸਾਲ ਦੇ ਲਈ ਤਿਆਰੀਆਂ ਦੇ ਵਿੱਚ ਜੁਟਿਆ ਹੋਇਆ ਹੈ। ਚੰਡੀਗੜ੍ਹ ਪ੍ਰਸ਼ਾਸਨ ਨੇ ਵੀ ਪੂਰੀ ਤਿਆਰੀ ਕਰ ਲਈ ਹੈ। ਬੇਸ਼ੱਕ ਨਵੇਂ ਸਾਲ ਦੇ ਜਸ਼ਨਾਂ ਦੇ ਮੌਕੇ ਨਾਈਟ ਕਰਫਿਊ ਨਹੀਂ ਹੋਵੇਗਾ, ਪਰ ਪ੍ਰਸ਼ਾਸਨ ਨੇ ਸਖਤੀ ਦੀ ਪੂਰੀ ਤਿਆਰੀ ਕਰ ਰੱਖੀ ਹੈ। ਚੰਡੀਗੜ੍ਹ ਦੇ ਚੱਪੇ-ਚੱਪੇ ਤੇ ਪੁਲਿਸ ਤੈਨਾਤ ਹੋਵੇਗੀ। ਐਸਐਸਪੀ ਕੁਲਦੀਪ ਚਾਹਲ ਨੇ ਦੱਸਿਆ ਕਿ 100 ਥਾਵਾਂ ਤੇ ਨਾਕੇਬੰਦੀ ਹੋਵੇਗੀ ਅਤੇ 1600 ਤੋਂ ਵੱਧ ਪੁਲਿਸ ਕਰਮੀ ਤੈਨਾਤ ਕੀਤੇ ਜਾਣਗੇ ਤਾਂ ਜੋ ਕੋਈ ਹੁੱਲੜਬਾਜ਼ੀ ਨਾ ਕਰੇ ਅਤੇ ਨਾ ਹੀ ਕੋਈ ਅਣਸੁਖਾਵੀ ਘਟਨਾ ਵਾਪਰੇ, ਜਿਸ ਲਈ ਖਾਸ ਤੌਰ ਤੇ ਕਲੱਬਾਂ ਦੇ ਬਾਹਰ ਪੁਲਿਸ ਦਾ ਪਹਿਰਾ ਰਹੇਗਾ। पूरी तरह से बंदोबस्त किए गए हैं। हमने टोटल 91 नाका टोटल सिटी में लगाए हैं और उसके अलावा जो हमारा जो बॉर्डर एरिया है विद मोहाली एंड पंचकुला, उसमें भी हमने स्ट्रॉन्ग नाका लगाए हैं और उसके अलावा हमारी पेट्रोलिंग पार्टियां, स्पेशल वुमेन स्क्वाड हमने चलाए हैं और स्पेशल हिदायत दी गई है 12 बजे के बाद कोई एक्टिविटी नहीं होगी। और जो 9 व्हीकल जो है उसको हमने पहले से ही डिक्लेयर किया है। जो गेड़ी रूट वगैरह जो भी है वो कम्प्लीटली बंद रहेगा 9:30 के बाद। उधर एसएसपी कुलदीप चाहल ने कहा कि कोरोना का कहर अजे भी बरकरार है, इसलिए कोरोना नियमां दा भी पूरा ध्यान रखा जाए। गौरतलब है कि अनलॉक तो बाद पूरे शहर दे विच कमर्शियल गतिविधियां दे विच तेजी दे नाल वाधा होया। खास करके त्योहारां दे सीजन दे विच बाजारां दे विच वध भीड़ होण लगी, जिस दे लई चंडीगढ़ प्रशासन नाइट करफ्यू ते विचार कर रहा सी। पर फिलहाल शहर वासियां दे लई राहत दी खबर है कि नवें साल ते कोई कर्फ्यू नहीं लग रहा, हालांकि सख्ती जरूर रहेगी। चंडीगढ़ तो मनोज राठी, न्यूज़ 18 पंजाब। ਅੱਗੇ ਵਧਿਆ ਕੋਵਿਡ-19 ਮਹਾਮਾਰੀ ਨੇ ਆਪਸੀ ਨਿਰਭਰਤਾ ਦੀ ਭਾਵਨਾ ਨੂੰ ਮਜ਼ਬੂਤ ਕੀਤਾ, ਜਿਸ ਨਾਲ ਪੂਰਾ ਦੇਸ਼ ਇਸ ਮੁਸੀਬਤ ਦਾ ਇਕਜੁੱਟ ਹੋ ਕੇ ਮੁਕਾਬਲਾ ਕਰ ਸਕੇ। ਵੈਕਸੀਨੇਸ਼ਨ ਦੇ ਐਲਾਨ ਤੋਂ ਬਾਅਦ ਜ਼ਰੂਰਤ ਹੋਏਗੀ ਕਿ ਅਸੀਂ ਆਪਣਾ ਮੋਹਰੀ ਯੋਗਦਾਨ ਦਈਏ ਸਮੇਂ ਵਾਇਰਸ ਨੂੰ ਹਰਾਉਣ ਵੱਲ ਕਦਮ ਵਧਾ ਸਕੀਏ ਅਤੇ ਨੈਟਵਰਕ 18 ਇਸ ਮੁਹਿੰਮ ਵਿੱਚ ਹਰ ਕਦਮ ਤੇ ਤੁਹਾਡੇ ਨਾਲ ਹੋਵੇਗਾ। ਜਦ ਤੱਕ ਸਾਰੇ ਸੁਰੱਖਿਅਤ ਨਹੀਂ ਹੁੰਦੇ ਉਦੋਂ ਤੱਕ ਕੋਈ ਸੁਰੱਖਿਅਤ ਨਹੀਂ ਹੋਏਗਾ। ਇਸ ਸੋਚ ਦੇ ਆਧਾਰ ਤੇ ਕੈਂਪੇਨ ਸੰਜੀਵਨੀ ਦਾ ਮਕਸਦ ਇਹ ਸੁਨਿਸ਼ਚਿਤ ਕਰਨਾ ਹੀ ਹੈ ਕਿ ਵੈਕਸੀਨ ਪਾਣਾ ਸਾਰੇ ਭਾਰਤੀਆਂ ਦਾ ਹੱਕ ਹੈ।